Good morning, students. How are you all? I hope you all are doing great. I'm Chavi, your English teacher for the day. Students, today we will do the topic reading comprehension. It's a very common topic. You have done it earlier as well. You have done it in last classes as well, right? So, you are known to this topic. This is not new for you. But even then, sometimes we find it difficult to comprehend the meaning from the passage. So, today we will understand how to do reading comprehension. So, let's begin. Topic reading comprehension. First of all, introduction to 4 language skills. ਸਭ ਤੋਂ ਪਹਿਲਾਂ ਅਸੀਂ language skills ਬਾਰੇ ਗੱਲ ਕਰਾਂਗੇ. Language is the mode of communication. It's type, it's thing. We do communication through it. Language, ਭਾਸ਼ਾ, ਉਹ ਜ਼ਰੀਆ ਹੈ ਜਿਹਦੇ ਨਾਲ ਅਸੀਂ ਇੱਕ ਦੂਜੇ ਨਾਲ ਗੱਲਬਾਤ ਕਰਦੇ ਆ, ਕਮਿਊਨੀਕੇਟ ਕਰਦੇ ਆ, ਰਾਈਟ? ਸੋ ਲੈਂਗੁਏਜ ਸਕਿੱਲਸ ਦਾ ਪਤਾ ਹੋਣਾ ਬਹੁਤ ਜ਼ਰੂਰੀ ਹੈ, ਕਿਉਂਕਿ ਜਦ ਤੱਕ ਸਾਨੂੰ ਲੈਂਗੁਏਜ ਸਕਿੱਲਸ ਨਹੀਂ ਸਮਝ ਲੱਗਣਗੀਆਂ ਅਸੀਂ ਕੰਪਰੀਹੈਂਸ਼ਨ, ਰਾਈਟਿੰਗ, ਲਿਸਨਿੰਗ, ਰੀਡਿੰਗ ਕੋਈ ਕੁਝ ਵੀ ਚੰਗੀ ਤਰ੍ਹਾਂ ਨਹੀਂ ਕਰ ਪਾਵਾਂਗੇ. ਸੋ ਫਸਟ ਆਫ ਆਲ ਇੰਟਰੋਡਕਸ਼ਨ ਟੂ 4 ਲੈਂਗੁਏਜ ਸਕਿੱਲਸ. When we learn any language, there are 4 skills that we need for complete communication. When we learn our native language, we usually learn to listen first, then to speak, then to read, and finally to write. These are called the 4 language skills. ਜਦੋਂ ਕਹਿੰਦੇ ਅਸੀਂ ਕੋਈ ਭਾਸ਼ਾ ਸਿੱਖਦੇ ਹਾਂ, ਹੁਣ ਜੇ ਅਸੀਂ ਤੁਹਾਡੀ ਬਾਈਲਿੰਗੁਅਲ ਲੈਂਗੁਏਜ ਹੋਵੇ ਜਾਂ ਤੁਹਾਡੀ ਨੇਟਿਵ ਲੈਂਗੁਏਜ ਹੋਵੇ ਜਾਂ ਕੁਝ ਵੀ ਹੈ, ਜਦੋਂ ਵੀ ਅਸੀਂ ਕਿਸੇ ਭਾਸ਼ਾ 'ਚ ਗੱਲ ਕਰਦੇ ਹਾਂ ਅਸੀਂ ਲਿੰਕ ਕਰਦੇ ਹਾਂ ਉਹਨਾਂ ਭਾਸ਼ਾਵਾਂ ਨੂੰ, ਪਰ ਉਹਦੇ ਲਈ ਸਾਨੂੰ 4 ਸਕਿੱਲਸ ਦਾ ਪਤਾ ਹੋਣਾ ਬਹੁਤ ਜ਼ਰੂਰੀ ਹੈ, ਕਿਉਂਕਿ ਕਮਿਊਨੀਕੇਸ਼ਨ ਤਾਂ ਹੀ ਕੰਪਲੀਟ ਹੋਏਗਾ ਜੇ ਸਾਨੂੰ ਉਹ 4 ਸਕਿੱਲਸ ਦਾ ਪਤਾ ਹੋਏਗਾ. ਜਦੋਂ ਅਸੀਂ ਨੇਟਿਵ ਲੈਂਗੁਏਜ ਸਿੱਖਦੇ ਆ, ਹੁਣ ਤੁਸੀਂ ਆਪਣੀ ਫੈਮਿਲੀ ਵਿੱਚ ਦੇਖਦੇ ਹੋ ਬੱਚਾ ਜਿਹੜਾ ਨਿਊ ਬੌਰਨ ਹੁੰਦਾ ਆ, ਸਾਲ 2 ਸਾਲ ਤੱਕ ਉਹ ਤੁਹਾਨੂੰ ਸਭ ਤੋਂ ਪਹਿਲਾਂ ਸੁਣਦਾ ਹੈ, ਰਾਈਟ? ਦ ਚਾਈਲਡ ਲਿਸਨਸ ਯੂ. ਉਹ ਦੇਖਦਾ ਹੈ ਕਿ ਕੌਣ ਕਿੱਦਾਂ ਬੋਲ ਰਿਹਾ ਹੈ, ਕੀ ਬੋਲ ਰਿਹਾ ਹੈ, ਫਿਰ ਜੋ ਸੁਣਦਾ ਹੈ ਉਸਨੂੰ ਬੋਲਣ ਦੀ ਕੋਸ਼ਿਸ਼ ਕਰਦਾ ਹੈ, ਰਾਈਟ? ਫਿਰ ਵੱਡੇ ਹੁੰਦੇ ਆ ਅਸੀਂ ਤਾਂ ਸਾਨੂੰ ਰੀਡਿੰਗ ਸਿਖਾਈ ਜਾਂਦੀ ਹੈ ਔਰ ਲਾਸਟ ਵਿੱਚ ਰਾਈਟਿੰਗ. ਤਾਂ ਇਹ 4 ਜਿਹੜੀ ਹੈਗੀ ਆ ਲੈਂਗੁਏਜ ਸਕਿੱਲਸ ਹਨ. These skills are related to each other in 2 ways. ਇਹ ਚਾਰੋਂ skills ਆਪਸ ਵਿੱਚ ਸੰਬੰਧਿਤ ਹਨ 2 ਤਰੀਕਿਆਂ ਨਾਲ. First, the direction of communication, that is input or output. Means input ਤੁਸੀਂ ਕੰਪਿਊਟਰ ਵਿੱਚ ਕੀਤਾ ਹੈ, input ਤੇ output. input ਵਿੱਚ ਅਸੀਂ ਕੀ ਕਰਦੇ ਹਾਂ, ਡਾਟਾ ਕੰਪਿਊਟਰ ਦੇ ਵਿੱਚ ਪਾਉਂਦੇ ਆ, ਰਾਈਟ? ਥਰੂ ਕੀਬੋਰਡ, ਮਾਊਸ, ਰਾਈਟ? ਫੋਨ ਯੂਜ਼ ਕਰਦੇ ਹੋ ਘਰਾਂ ਵਿੱਚ, ਕੀਪੈਡ ਹੁੰਦਾ ਉਹਦੇ ਥਰੂ ਅਸੀਂ ਡਾਟਾ ਫੋਨ ਵਿੱਚ ਸੇਵ ਕਰਦੇ ਆ, ਰਾਈਟ? ਦੈਟ ਇਜ਼ ਇਨਪੁਟ. ਆਊਟਪੁੱਟ ਕਿ ਜਿਹੜਾ ਡਾਟਾ ਅਸੀਂ ਅੰਦਰ ਫੀਡ ਕੀਤਾ ਹੈ ਕੰਪਿਊਟਰ ਦੇ ਉਹ ਸਾਨੂੰ ਬਾਹਰ ਨਜ਼ਰ ਆਉਂਦਾ ਹੈ ਥਰੂ ਸਕਰੀਨ, ਮੋਨੀਟਰ, ਰਾਈਟ? ਇਸ ਟਾਈਮ ਤੁਸੀਂ ਸਾਰੇ ਐਜੂਸੇਟ ਤੇ ਬੈਠੇ ਹੋ, LEDs ਦੇਖ ਰਹੇ ਹੋ, ਉਹਦੇ ਥਰੂ ਤੁਸੀਂ ਪੜ੍ਹ ਰਹੇ ਹੋ ਕਿ ਕੀ ਲਿਖਿਆ, ਦੈਟ ਇਜ਼ ਆਊਟਪੁੱਟ. ਔਰ ਜੋ ਤੁਸੀਂ ਸਮਝ ਰਹੇ ਹੋ ਦੈਟ ਇਜ਼ ਇਨਪੁੱਟ. ਜੋ ਸਮਝ ਰਹੇ ਹੋ ਤੁਹਾਡੇ ਦਿਮਾਗ ਵਿੱਚ ਸੇਵ ਹੋ ਰਿਹਾ ਵਾ, ਦੈਟ ਇਜ਼ ਇਨਪੁੱਟ. ਔਰ ਜੋ ਤੁਸੀਂ ਪੜ੍ਹ ਰਹੇ ਹੋ ਦੈਟ ਇਜ਼ ਆਊਟਪੁੱਟ, ਕਿ ਉਹ ਤੁਸੀਂ ਪੜ੍ਹ ਰਹੇ ਹੋ, ਦੇਖ ਸਕਦੇ ਹੋ, ਰਾਈਟ? ਸੋ ਲੈਂਗੁਏਜ ਵਿੱਚ ਜਿਹੜੀਆਂ ਲੈਂਗੁਏਜ ਸਕਿੱਲਸ ਹੈ ਉਹਨਾਂ ਵਿੱਚ ਵੀ ਇਨਪੁਟ ਤੇ ਆਊਟਪੁੱਟ ਹੁੰਦਾ ਹੈ. ਨੈਕਸਟ ਇਜ਼ ਦ ਮੈਥਡ ਆਫ ਕਮਿਊਨੀਕੇਸ਼ਨ.
that is spoken or written. There are two methods to communicate with others, spoken बोल के या फिर written लिख के. मैं इस टाइम दोनों यूज़ कर रही हाँ. spoken मैं बोल रही हाँ ਤੁਹਾਨੂੰ ਸਮਝਾ ਰਹੀ ਹਾਂ, and written ਤੁਸੀਂ ਜੋ टीवी ਤੇ ਦੇਖ ਰਹੇ ਹੋ ਆਪਣੇ LEDs ਤੇ ਦੇਖ ਰਹੇ ਹੋ, that is written down, right? ਤਾਂ ਮੈਂ ਦੋਨੋਂ communication skills use ਕਰ ਰਹੀ ਹਾਂ. The input refers to the language the learners receive through listening and reading. ਹੁਣ language skills ਵਿੱਚ input ਕਿੱਦਾਂ ਹੁੰਦਾ ਹੈ? That is through listening and reading. ਤੁਸੀਂ ਸੁਣ ਰਹੇ ਹੋ, ਮੈਨੂੰ ਸੁਣ ਰਹੇ ਹੋ ਸਾਰੇ, listen ਕਰ ਰਹੇ ਹੋ, ਤੇ ਜੋ ਮੈਂ ਸਮਝਾ ਰਹੀ ਹਾਂ ਆਪਣੇ ਦਿਮਾਗ ਵਿੱਚ ਸੇਵ ਕਰ ਰਹੇ ਹੋ, that is input. Reading ਤੁਸੀਂ ਸਾਹਮਣੇ ਲਿਖਿਆ ਪੜ੍ਹ ਰਹੇ ਹੋ, ਆਪਣੀ ਬੁੱਕਸ ਪੜ੍ਹਦੇ ਹੋ, ਤੇ ਉਹਦੇ ਵਿੱਚੋਂ ਜੋ ਵੀ ਗ੍ਰੈਬ ਕਰਦੇ ਹੋ, ਸਮਝਦੇ ਹੋ, ਉਹਨੂੰ ਯਾਦ ਰੱਖਦੇ ਹੋ, that is also input. The output on the other hand is the language they produce either in speaking or writing. The output method ਕਿਹੜਾ ਹੈ language skills ਵਿੱਚ? Speaking and writing. Speaking ਤੁਸੀਂ ਬੋਲਦੇ ਹੋ, ਟੀਚਰ ਤੁਹਾਨੂੰ ਕਹਿੰਦੇ ਆ ਕਿ ਤੁਹਾਡਾ ਟੈਸਟ ਹੋਏਗਾ, ਕਿ ਕੱਲ ਸਾਰਿਆਂ ਨੇ ਯਾਦ ਕਰਕੇ ਆਣੇ ਆ ਕੁਐਸਚਨਸ. ਓਰਲ ਟੈਸਟ ਹੁੰਦੇ ਆ, ਤੁਸੀਂ ਆਪਣਾ ਯਾਦ ਕੀਤਾ ਹੋਇਆ ਜਿਹੜਾ ਤੁਸੀਂ ਇਨਪੁਟ ਕੀਤਾ ਹੈ ਉਹਨੂੰ ਆਊਟਪੁੱਟ ਕਿੱਦਾਂ ਕਰਦੇ ਹੋ? ਬੋਲ ਕੇ ਦੱਸਦੇ ਹੋ. ਓਰਲ ਟੈਸਟ. ਸਮਟਾਈਮਸ ਵੀ ਟੇਕ ਰਿਟਨ ਟੈਸਟਸ, ਰਾਈਟ? ਰਿਟਨ ਟੈਸਟ ਵਿੱਚ ਤੁਸੀਂ ਜੋ ਯਾਦ ਕੀਤਾ ਹੈ ਉਹ ਲਿਖ ਕੇ ਦਿਖਾਉਂਦੇ ਹੋ. ਆਪਣੀ ਇਨਪੁਟ ਨੂੰ ਆਊਟਪੁੱਟ ਕਿੱਦਾਂ ਕਰਦੇ ਹੋ? ਯਾਦ ਕਰਦੇ ਹੋ, ਰਾਈਟ? ਫਿਰ ਉਹਨੂੰ ਲਿਖ ਕੇ ਦਿਖਾਉਂਦੇ ਹੋ. that is output. So input are listening and reading, output speaking and writing. Clear? Very good. Listening and speaking contribute to method of spoken communication. ਜਿਹੜੇ listening ਤੇ speaking ਹੈ, ਇਹ spoken ਬੋਲੇ ਜਾਣ ਵਾਲੇ communication ਵਿੱਚ ਆਉਂਦੇ ਆ. ਅਸੀਂ ਮੈਥਡ ਆਫ ਕਮਿਊਨੀਕੇਸ਼ਨ ਕੀਤਾ ਨਾ ਪਿੱਛੇ, ਸੋ ਥੀਸ ਆਰ ਸਪੋਕਨ. ਲਿਸਨਿੰਗ 'ਚ ਤੁਸੀਂ ਕੋਈ ਬੋਲ ਰਿਹਾ ਉਹਨੂੰ ਸੁਣ ਰਹੇ ਹੋ, ਸਪੋਕਨ ਬੋਲ ਰਿਹਾ ਹੈ ਕੋਈ, ਰਾਈਟ? ਵਾਈਲ ਰੀਡਿੰਗ ਐਂਡ ਰਾਈਟਿੰਗ ਟੂ ਮੈਥਡ ਆਫ ਰਿਟਨ ਕਮਿਊਨੀਕੇਸ਼ਨ. ਤੇ ਰੀਡਿੰਗ ਤੇ ਰਾਈਟਿੰਗ, ਥੀਸ ਬੋਥ ਆਰ ਰਿਟਨ ਕਮਿਊਨੀਕੇਸ਼ਨ ਮੈਥਡਸ. ਰੀਡਿੰਗ ਲਿਖਿਆ ਹੋਇਆ ਤੁਸੀਂ ਪੜ੍ਹਦੇ ਹੋ, ਰਾਈਟਿੰਗ ਲਿਖਦੇ ਹੋ. ਸੋ these are the two ways of communication, right? Method and direction. Clear? Is this clear to all of you? Very good. Now 4 basic language skills. On those bases there are 4 basic language skills. First listening, then reading, writing, speaking. Listening. Ability to decode the meaning of an audio string. Listening ਵਿੱਚ ਕੀ ਹੁੰਦਾ ਹੈ? ਤੁਹਾਡੇ 'ਚ ਉਹ ਐਬਿਲਿਟੀ, ਯੋਗਤਾ ਹੁੰਦੀ ਹੈ ਕਿ ਤੁਸੀਂ ਜੋ ਸੁਣ ਰਹੇ ਹੋ ਉਹਨੂੰ ਸਮਝ ਪਾ ਰਹੇ ਹੋ ਜਾਂ ਫਿਰ ਅੱਗੇ ਸਮਝਾ ਸਕਦੇ ਹੋ. That is listening skill. Second is speaking. Ability to encode thoughts and concepts into oral form. ਹੁਣ ਤੁਸੀਂ ਜੋ ਸੁਣਿਆ ਵਾ ਅੱਗੇ ਉਹਨੂੰ ਤੁਸੀਂ ਬੋਲ ਕੇ ਸਮਝਾ ਪਾ ਰਹੇ ਹੋ, ਜਾਂ ਫਿਰ ਜੋ ਤੁਸੀਂ ਪੜ੍ਹਿਆ ਵਾ ਉਹਨੂੰ ਬੋਲ ਕੇ ਸਮਝਾ ਪਾ ਰਹੇ ਹੋ. that is speaking. ਕਈ ਵਾਰ ਤੁਸੀਂ ਦੇਖਦੇ ਹੋ ਘਰ ਵਿੱਚ 6-7 ਮਹੀਨੇ ਦਾ ਬੱਚਾ ਹੁੰਦਾ ਆ ਤੇ ਉਹ ਆਪਣੀ ਹੀ ਭਾਸ਼ਾ ਬੋਲਦਾ ਹੈ, ਸਾਨੂੰ ਕੁਝ ਸਮਝ ਨਹੀਂ ਲੱਗਦਾ, ਰਾਈਟ? ਤਾਂ ਅਸੀਂ ਉਹਨੂੰ ਜੋੜ ਲੈਂਦੇ ਆ ਚੀਜ਼ਾਂ ਨਾਲ ਕਿ ਇਹ ਜੇ ਇਹ ਜੈਸਚਰ ਕਰ ਰਿਹਾ ਤਾਂ ਇਹ ਕਹਿ ਰਿਹਾ ਵਾ, ਰਾਈਟ? ਪਰ ਅਸੀਂ ਉਹਨੂੰ ਸਮਝ ਨਹੀਂ ਪਾਉਂਦੇ ਬਿਕਾਜ਼ ਹੀ ਇਜ਼ ਨਾਟ ਕਲੀਅਰ ਇਨ ਹਿਜ਼ ਸਪੀਕਿੰਗ. ਸੋ ਲਿਸਨਿੰਗ, ਸਪੀਕਿੰਗ ਐਂਡ ਦੈਨ ਰੀਡਿੰਗ. ਥਰਡ ਲੈਂਗੁਏਜ ਸਕਿੱਲ, ability to decode the meaning of a written string. ਤੁਹਾਡੇ ਕੋਲ ਜੋ ਲਿਖਿਆ ਹੋਇਆ ਹੈ, ਤੁਹਾਡੀਆਂ ਬੁੱਕਸ ਵਿੱਚ ਜੋ ਟਾਈਪਡ ਹੈ, ਤੁਸੀਂ ਉਹਨੂੰ ਪੜ੍ਹ ਕੇ ਸਮਝ ਪਾ ਰਹੇ ਹੋ, that is reading. And the last is writing. Ability to encode thoughts and concepts into written form. ਜਦੋਂ ਤੁਸੀਂ ਆਪਣੇ
सोच विचार थॉट्स नू रिटन फॉर्म विच कम्युनिकेट कर सकते हो, दैट इज राइटिंग स्किल. So these are 4 basic language skills. You should know about these skills very much. क्योंकि लैंग्वेज इदां दा मोड है जिहदे बगैर तुसी नहीं कुछ कर सकते, राइट? तो तुहानूं इन्हां स्किल्स बारे जानकारी होनी चाहिदी है ते तुहानूं इन्हां स्किल्स दा पता होना चाहिदा है कि किहड़ी स्किल किहड़े काम लई ज़रूरी है. लैंग्वेज स्किल्स, दीज आर फॉर ऑल लैंग्वेजेस, whether it is Punjabi, whether it is Hindi, whether it is English or any other language. So these were your 4 language skills. Now what is reading comprehension, ਜਿਹੜਾ ਕਿ ਤੁਹਾਡਾ ਅੱਜ ਦਾ ਟੌਪਿਕ ਹੈ. ਰੀਡਿੰਗ ਕੰਪਰੀਹੈਂਸ਼ਨ, ਰੀਡਿੰਗ ਤੋਂ ਕਲੀਅਰ ਹੈ ਕਿ ਇਹ ਰੀਡਿੰਗ ਪਾਰਟ ਨਾਲ, ਰੀਡਿੰਗ ਸਕਿੱਲ ਨਾਲ ਜੁੜਿਆ ਹੋਇਆ ਹੈ. Reading comprehension is the ability to understand the content of the given passage and to draw a conclusion from it. Reading comprehension ਕੀ ਹੈ ਕਹਿੰਦੇ ਕਿ ਤੁਹਾਡੇ 'ਚ ਉਹ ਯੋਗਤਾ ਹੈ ਕਿ ਤੁਸੀਂ ਇੱਕ ਪੈਸੇਜ ਦਿੱਤਾ ਹੋਇਆ ਹੈ ਉਹਨੂੰ ਸਮਝ ਪਾ ਰਹੇ ਹੋ ਤੇ ਉਹਦੇ 'ਚ ਕਨਕਲੂਜਨ ਕੱਢ ਪਾ ਰਹੇ ਹੋ, ਉਹਨੂੰ ਪ੍ਰੋਪਰਲੀ ਸਮਝ ਕੇ ਉਹਦੇ 'ਚ ਕੀ ਥਾਟ ਹੈ, ਕੀ ਪ੍ਰੋਸੈਸ ਉਹਦੇ 'ਚ ਚੱਲ ਰਿਹਾ, ਤੁਸੀਂ ਉਹਨੂੰ ਪੂਰਾ ਸਮਝ ਪਾ ਰਹੇ ਹੋ, ਡੀਕੋਡ ਕਰ ਸਕਦੇ ਹੋ, ਰਾਈਟ? ਹੇਅਰ the author will give his or her point of view from different angles. ਪੈਸੇਜ ਵਿੱਚ ਕਹਿੰਦੇ ਲਿਖਣ ਵਾਲੇ ਨੇ, ਆਥਰ ਨੇ ਆਪਣਾ ਪੁਆਇੰਟ ਆਫ ਵਿਊ ਆ, ਆਪਣਾ ਵਿਚਾਰ ਹੈ ਜਿਹੜਾ ਉਹਨੂੰ ਅਲੱਗ-ਅਲੱਗ ਐਂਗਲਸ ਨਾਲ ਪੇਸ਼ ਕੀਤਾ ਹੋਏਗਾ, ਅਲੱਗ-ਅਲੱਗ ਤਰੀਕਿਆਂ ਨਾਲ ਪੇਸ਼ ਕੀਤਾ ਹੋਏਗਾ. For a particular topic, ਕਾਦੇ ਲਈ? ਜਿਹੜਾ ਟੌਪਿਕ ਉਹਨੇ ਚੂਜ਼ ਕੀਤਾ ਹੈ ਉਹਦੇ ਲਈ. Like you can say if it is on pollution, the advantages, disadvantages, advantages ਤਾਂ ਚਲੋ ਕੋਈ ਨਹੀਂ ਹੈ, but even then ਕਿ pollution ਕਿੱਦਾਂ ਫੈਲਦਾ ਹੈ, right? Reasons behind it, how to prevent from it, ਇਹ ਸਾਰੇ ਚੀਜ਼ਾਂ ਨੂੰ ਲੈ ਕੇ ਉਹ ਪੈਸੇਜ ਬਣਾਏਗਾ. ਤਾਂ ਅਸੀਂ ਆਥਰ ਦੀ ਥਿੰਕਿੰਗ ਸੋਚ ਸਕਦੇ ਹਾਂ ਕਿ ਉਹ ਇਸ ਟੌਪਿਕ ਨੂੰ, ਇਸ ਮਸਲੇ ਨੂੰ ਕਿੱਦਾਂ ਸੋਚਦੇ ਹਨ, ਰਾਈਟ? ਐਂਡ ਯੂ ਹੈਵ ਟੂ ਅੰਡਰਸਟੈਂਡ ਐਂਡ ਡਰਾ ਆਊਟ ਅ ਕਨਕਲੂਜਨ ਫਰੋਮ ਇਟ. ਤੇ ਤੁਹਾਨੂੰ ਉਸ ਪੈਸੇਜ ਨੂੰ ਸਮਝਣਾ ਹੈ ਤੇ ਉਹਦੇ ਵਿੱਚੋਂ ਰਿਜ਼ਲਟ ਕੱਢਣਾ ਹੈ. To test what you have comprehended from a passage, a set of questions will be given to you and you have to solve it. ਤੇ ਕਹਿੰਦੇ ਤੁਹਾਡੀ ਸਮਝ ਨੂੰ ਦੇਖਣ ਲਈ ਕਿ ਤੁਸੀਂ ਉਸ ਪੈਸੇਜ ਨੂੰ ਕਿੰਨਾ ਸਮਝ ਗਏ ਹੋ, ਕੁਐਸਚਨਸ ਦਾ ਸੈੱਟ ਦਿੱਤਾ ਹੋਏਗਾ ਪੈਸੇਜ ਤੋਂ ਬਾਅਦ ਤੇ ਤੁਸੀਂ ਉਹਨਾਂ ਨੂੰ ਸੋਲਵ ਕਰਨਾ ਹੈ. ਸੋ ਦਿਸ ਇਜ਼ ਰੀਡਿੰਗ ਕੰਪਰੀਹੈਂਸ਼ਨ. ਕਲੀਅਰ? ਵੈਰੀ ਗੁੱਡ. Introduction to reading comprehension. Every passage is based on a particular topic or theme. ਜਿਹੜਾ ਵੀ ਪੈਸੇਜ ਤੁਹਾਨੂੰ ਦਿੱਤਾ ਜਾਏਗਾ ਉਹ ਕਿਸੇ ਖਾਸ ਟੌਪਿਕ ਤੇ ਹੋਏਗਾ ਜਾਂ ਉਹਦੀ ਖਾਸ ਕੋਈ ਥੀਮ ਹੋਏਗੀ. As I told you, pollution, that can be the theme. Students become aware of the social and environmental problems. ਇਹਨਾਂ ਪੈਸੇजेस ਦੇ ਥਰੂ ਅਸੀਂ ਸਮਾਜਿਕ ਤੇ ਵਾਤਾਵਰਣ 'ਚ ਜਿਹੜੀਆਂ ਪ੍ਰੋਬਲਮਸ ਹੈ ਉਹਨਾਂ ਨੂੰ ਸਮਝ ਸਕਦੇ ਹਾਂ, ਉਹਨਾਂ ਬਾਰੇ ਜਾਣਕਾਰੀ ਪ੍ਰਾਪਤ ਕਰ ਸਕਦੇ ਹਾਂ. ਤੁਸੀਂ ਨੋਟ ਕੀਤਾ ਹੋਏਗਾ ਤੁਹਾਡੇ ਰੀਡਿੰਗ ਕੰਪਰੀਹੈਂਸ਼ਨ ਲਈ ਜਿਹੜੇ ਵੀ ਪੈਸੇजेस ਹੁੰਦੇ ਆ ਉਹ ਇਸ ਤਰ੍ਹਾਂ ਦੇ ਟੌਪਿਕਸ ਨਾਲ ਹੀ ਰਿਲੇਟਡ ਹੁੰਦੇ ਆ. ਵਾਈ? ਜਸਟ ਟੂ ਅਵੇਅਰ ਯੂ ਪੀਪਲ, ਤੁਹਾਨੂੰ ਸਾਰਿਆਂ ਨੂੰ ਅਵੇਅਰ ਕਰਨ ਲਈ ਕਿ ਸਾਡੇ ਸਮਾਜ ਵਿੱਚ ਜਾਂ ਸਾਡੇ ਆਲੇ ਦੁਆਲੇ ਕੀ ਪ੍ਰੋਬਲਮਸ ਹੈ, ਰਾਈਟ? There are 2 kinds of questions asked. ਪੈਸੇਜ ਤੋਂ ਬਾਅਦ 2 ਤਰ੍ਹਾਂ ਦੇ ਕੁਐਸਚਨਸ ਹੋ ਸਕਦੇ ਆ. ਫਸਟ, ਮਲਟੀਪਲ ਚੋਇਸ ਕੁਐਸਚਨਸ. ਮਲਟੀਪਲ ਚੋਇਸ ਕੁਐਸਚਨਸ ਤੁਹਾਨੂੰ ਪਤਾ ਹੀ ਹੈ, ਕੁਐਸਚਨ ਦੇ ਨਾਲ 4 ਆਪਸ਼ਨਸ ਹੁੰਦੀਆਂ, ਚਾਰਾਂ ਵਿੱਚੋਂ ਇੱਕ ਆਪਸ਼ਨ ਸਹੀ ਹੁੰਦੀ ਹੈ. ਐਂਡ ਸੈਕੰਡ ਇਜ਼ ਡਿਸਕ੍ਰਿਪਟਿਵ. ਡਿਸਕ੍ਰਿਪਟਿਵ ਵਿੱਚ ਜਸਟ ਤੁਹਾਨੂੰ ਕੁਐਸਚਨ ਦਿੱਤਾ ਹੋਏਗਾ, ਯੂ ਹੈਵ ਟੂ ਰਾਈਟ ਇਟਸ ਆਂਸਰ
आफ्टर रीडिंग द पैसेज। तुसी खुद आंसर लिखना है उहदा पैसेज विचों समझ के, खुद आंसर क्रिएट करना है, सेंटेंस खुद बनाना है। ये नहीं है कि जस्ट पैसेज पढ़िया आ लाइन हैगी है जी लिख दो, नो। यू हैव टू टेक केयर ऑफ द ग्रामर, वोकैबुलरी, एवरीथिंग। सो दिस इज रीडिंग कॉम्प्रीहेंशन। टाइप्स ऑफ पैसेजेस फॉर रीडिंग कॉम्प्रीहेंशन। रीडिंग कॉम्प्रीहेंशन विच पैसेजेस जेड़े आंदे आ दो टाइप्स दे हुंदे। फर्स्ट, scene passage. A scene passage is one which you might have read or discussed before. Scene passage ਉਹ ਹੁੰਦਾ ਆ ਜਿਹਦੇ ਬਾਰੇ ਜਾਂ ਤਾਂ ਤੁਸੀਂ ਪਹਿਲਾਂ ਗੱਲ ਕਰ ਚੁੱਕੇ ਹੋ ਜਾਂ ਤੁਸੀਂ ਪਹਿਲਾਂ ਉਹ ਪੜ੍ਹ ਚੁੱਕੇ ਹੋ। ਲਾਈਕ ਫॉर ਐਗਜ਼ਾਮਪਲ ਹੁਣ ਤੁਹਾਡਾ ਕੰਪਰੀਹੈਂਸ਼ਨ ਦਾ ਟੈਸਟ ਹੈ, ਤੁਹਾਡਾ ਕੋਈ ਪੈਸੇਜ ਆਇਆ ਤੇ ਉਹ ਤੁਹਾਡੇ ਚੈਪਟਰਸ ਵਿੱਚੋਂ ਹੀ ਆ ਗਿਆ ਤਾਂ ਉਹ ਸੀਨ ਪੈਸੇਜ ਹੋਏਗਾ ਕਿਉਂਕਿ ਤੁਸੀਂ ਆਲਰੇਡੀ ਉਹ ਚੈਪਟਰ ਪੜ੍ਹ ਚੁੱਕੇ ਹੋ। ਆਰ ਯੂ ਕਲੀਅਰ? ਵੈਰੀ ਗੁੱਡ। ਸੈਕੰਡ ਇਜ਼ ਅਨਸੀਨ ਪੈਸੇਜ। ਇਹਦੇ ਵਿੱਚ ਐਨ ਅਨਸੀਨ ਪੈਸੇਜ ਇਜ਼ ਵਨ ਵਿਚ ਇਜ਼ ਨਾਟ ਰੈਡ ਔਰ ਡਿਸਕਸਡ ਬਿਫੋਰ। ਇਹ ਉਹ ਪੈਸੇਜ ਹੋਏਗਾ ਜਿਹੜਾ ਨਾ ਤਾਂ ਤੁਸੀਂ ਪਹਿਲਾਂ ਪੜ੍ਹਿਆ ਹੈ ਨਾ ਹੀ ਇਹਦੇ ਬਾਰੇ ਕੋਈ ਆਪਸ ਵਿੱਚ ਵਿਚਾਰ ਕੀਤਾ ਹੈ। ਕਲੀਅਰ? So these are the two types of passages for reading comprehension. Steps to do reading comprehension. किस तरीके नाल असी comprehension करनी है? ये थोड़ा जिहा तुहाडे लई difficult होएगा, but you are at the level you should know about these things. First is skim. It means to read the passage fairly quickly to get a general idea. ਇਹਦੇ ਵਿੱਚ ਤੁਸੀਂ ਕੀ ਕਰਨਾ ਹੁੰਦਾ ਹੈ, ਪੈਸੇਜ ਨੂੰ ਫਟਾਫਟ ਪੜ੍ਹ ਲਓ ਜਸਟ ਟੂ ਗੈਟ ਜਨਰਲ ਆਈਡੀਆ ਕਿ ਪੈਸੇਜ ਕਿਸ ਬਾਰੇ ਆ। ਕਲੀਅਰ? ਦੈਟ ਇਜ਼ ਕਾਲਡ skimming. Second is scan. Now you read the passage again, this time in a little slow manner to know the details. ਹੁਣ ਸਕੈਨ 'ਚ ਕੀ ਕਰਨਾ ਆ ਕਿ ਪੈਸੇਜ ਦੁਬਾਰਾ ਪੜ੍ਹਨਾ ਹੈ ਪਰ ਹੁਣ ਫਟਾਫਟ ਨਹੀਂ ਪੜ੍ਹਨਾ, ਆਰਾਮ ਨਾਲ ਉਹਨੂੰ ਪੜ੍ਹਨਾ ਕਿ ਉਹ 'ਚ ਜਿਹੜੀਆਂ ਡਿਟੇਲਸ ਦੱਸੀਆਂ ਤੁਸੀਂ ਉਹਨਾਂ ਨੂੰ ਚੰਗੀ ਤਰ੍ਹਾਂ ਸਮਝ ਸਕੋ। ਹੁਣ ਸਕੈਨ ਵਰਡ ਤੋਂ ਤੁਹਾਨੂੰ ਸਕੈਨਿੰਗ ਯਾਦ ਆ ਰਿਹਾ ਹੋਏਗਾ, ਮੈਡੀਕਲ ਟਰਮ ਹੈ। ਕਿਸੇ ਨੂੰ ਕੋਈ ਪ੍ਰੋਬਲਮ ਹੋਈ ਹੋਵੇ ਸਕੈਨਿੰਗ ਕਰਾਈ ਜਾਂਦੀ ਹੈ, ਰਾਈਟ? ਸਕੈਨਿੰਗ ਕਿਉਂ ਕਰਵਾਈ ਜਾਂਦੀ ਆ? ਕਿਉਂਕਿ ਉਹਦੇ ਵਿੱਚ ਡਿਟੇਲ ਵਿੱਚ ਸਭ ਕੁਝ ਪਤਾ ਚੱਲ ਜਾਂਦਾ ਕਿ ਪ੍ਰੋਬਲਮ ਹੈ ਕੀ ਹੈ। ਸੋ ਦਿਸ ਇਜ਼ ਸੇਮ ਵਿਦ ਦਿਸ ਥਿੰਗ ਕਿ ਪੈਸੇਜ ਨੂੰ ਚੰਗੀ ਤਰ੍ਹਾਂ ਸਕੈਨ ਕਰਨਾ ਹੈ ਤਾਂ ਕਿ ਸਾਨੂੰ ਇੱਕ ਇੱਕ ਡਿਟੇਲ ਉਹਦੀ ਸਮਝ ਲੱਗ ਜਾਵੇ। ਐਂਡ ਦ ਲਾਸਟ ਇਜ਼ ਸੋਲਵ। ਟੇਕ ਵਨ ਕੁਐਸਚਨ ਐਟ ਅ ਟਾਈਮ। ਹੁਣ ਤੁਸੀਂ ਸਕਿਮ ਕਰ ਲਈ, ਸਕੈਨ ਕਰ ਲਿਆ, ਹੁਣ ਤੁਸੀਂ ਕੁਐਸਚਨ ਸੋਲਵ ਕਰਨੇ ਆ। ਇੱਕ ਕੁਐਸਚਨ ਪੜ੍ਹੋ, ਸਟੱਡੀ ਦ ਕੁਐਸਚਨ ਥਰਲੀ, ਉਹਨੂੰ ਚੰਗੀ ਤਰ੍ਹਾਂ ਪੜ੍ਹ ਲਓ, ਸਮਝ ਲਓ। ਟਰਨ ਟੂ ਦ ਰੈਲੀਵੈਂਟ ਪੋਰਸ਼ਨ ਆਫ ਦ ਪੈਸੇਜ, ਤੇ ਉਸ ਪੈਸੇਜ ਦਾ ਉਸ ਭਾਗ ਨੂੰ ਦੇਖੋ, ਪਾਰਟ ਨੂੰ ਦੇਖੋ ਜਿੱਥੇ ਉਹਦਾ ਆਨਸਰ ਤੁਹਾਨੂੰ ਲੱਗਦਾ ਹੈ ਕਿ ਇਸ ਇੰਨੇ ਭਾਗ ਵਿੱਚ ਪਾਰਟ ਵਿੱਚ ਇਹਦਾ ਆਨਸਰ ਹੋਏਗਾ। ਰੀਡ ਦੈਮ ਅਗੇਨ, ਕੁਐਸਚਨ ਵੀ ਪੜ੍ਹੋ, ਪੈਸੇਜ ਵੀ ਪੜ੍ਹੋ ਦੁਬਾਰਾ, ਐਂਡ ਦੈਨ ਰਾਈਟ ਦ ਆਨਸਰ, ਤੇ ਫਿਰ ਆਨਸਰ ਲਿਖੋ। ਫॉर MCQs, choose the answer from the given options. ਤੇ ਜੇ ਮਲਟੀਪਲ ਚੋਇਸ ਕੁਐਸਚਨਸ ਹੈ ਤਾਂ ਪੈਸੇਜ ਦਾ ਉਹ ਪਾਰਟ ਦੁਬਾਰਾ ਪੜ੍ਹ ਕੇ ਚਾਰੋਂ ਆਪਸ਼ਨਸ ਵਿੱਚੋਂ ਕਰੈਕਟ ਆਨਸਰ ਨੂੰ ਸਿਲੈਕਟ ਕਰ ਲਓ। ਸੋ ਦਿਸ ਇਜ਼ ਸਟੈਪਸ ਟੂ ਡੂ ਰੀਡਿੰਗ ਕੰਪਰੀਹੈਂਸ਼ਨ। ਨਾਓ ਟਿਪਸ। ਹੁਣ ਤੁਹਾਡੇ ਲਈ ਟਿਪਸ ਹੈ ਕਿ ਤੁਸੀਂ ਕਿੱਦਾਂ ਕਰਨੀ ਹੈ ਕੰਪਰੀਹੈਂਸ਼ਨ। ਫਸਟ, ਰੀਡ ਦ ਪੈਸੇਜ ਸਾਇਲੈਂਟਲੀ ਐਂਡ ਕੇਅਰਫੁਲੀ। ਪੈਸੇਜ ਨੂੰ ਚੁੱਪਚਾਪ ਆਰਾਮ ਨਾਲ ਪੜ੍ਹੋ, ਲਾਊਡਲੀ ਨਹੀਂ ਪੜ੍ਹਨਾ ਕਿਉਂਕਿ ਜਦੋਂ ਅਸੀਂ ਚੀਜ਼ ਲਾਊਡਲੀ ਪੜ੍ਹਦੇ ਉਹਨੂੰ ਸਕੈਨ ਕਰਨਾ ਔਖਾ ਹੋ ਜਾਂਦਾ ਹੈ। ਸੋ ਉਹਨੂੰ ਸ਼ਾਂਤ ਮਨ ਨਾਲ ਪੜ੍ਹੋ। ਟਰਾਈ ਟੂ ਰੀਡ ਵਰਡਸ ਇਨ ਗਰੁੱਪਸ ਫॉर ਮੀਨਿੰਗ। ਇੱਕ ਇੱਕ ਵਰਡ ਦਾ ਮੀਨਿੰਗ ਨਹੀਂ ਅਸੀਂ ਦੇਖਣਾ, ਅਸੀਂ ਉਹ ਹਰੇਕ ਵਰਡ ਦਾ ਸੈਂਟੈਂਸ ਦੇ ਅਕੋਰਡਿੰਗ ਮੀਨਿੰਗ ਦੇਖਣਾ ਹੈ। ਹੁਣ ਜੇ ਤੁਸੀਂ ਵੈਲ ਵਰਡ ਲਓ, ਵੈਲ, ਜੇ ਤੁਸੀਂ ਇਕੱਲਾ ਵੈਲ ਵਰਡ ਪੜ੍ਹੋਗੇ ਤਾਂ ਤੁਹਾਡੇ ਦਿਮਾਗ ਸਭ ਤੋਂ ਪਹਿਲਾਂ ਆਏਗਾ ਖੂਹ, ਰਾਈਟ? I am not well, I am
नॉट नहीं, वेल खूह, मैं खूह नहीं हाँ, इज इट? नो, क्योंकि ਤੁਸੀਂ ਇੱਕ वर्ड ਦਾ मीनिंग देख रहे हो। आई एम नॉट वेल, ਤੁਸੀਂ ਉਹਨੂੰ ਪੂਰੇ ਸੈਂਟੈਂਸ ਦੇ ਅਕੋਰਡਿੰਗ ਸਮਝਣ ਦੀ ਕੋਸ਼ਿਸ਼ ਕਰੋ, मैं ठीक नहीं हाँ, right? So you should understand the meaning of the word in group, in sentence. Try to understand the writer's intention of writing that passage. लिखण वाले ने किस पर्पज ਲਈ पैसेज लिखिया वा ਉਹ ਸਮਝਣ ਦੀ ਕੋਸ਼ਿਸ਼ ਕਰੋ। Try to understand the difficult words. ਔਖੇ ਸ਼ਬਦਾਂ ਦੇ ਨੂੰ ਸਮਝਣ ਦੀ ਕੋਸ਼ਿਸ਼ ਕਰੋ and write their antonyms and synonyms for further usage. ਤੇ ਕੋਸ਼ਿਸ਼ ਕਰੋ ਆਪਣੇ ਕੋਲ ਰਫ ਉਹਨਾਂ ਦੇ ਐਂਟੋਨਿਮਸ ਤੇ ਸਿਨੋਨਿਮਸ ਲਿਖ ਲਓ ਤਾਂ ਕਿ ਤੁਸੀਂ ਉਹਨਾਂ ਨੂੰ ਚੇਂਜ ਕਰਕੇ ਆਪਣਾ ਆਨਸਰ ਲਿਖ ਸਕੋ। ਇਟ ਇਜ਼ ਵੈਰੀ ਇੰਪ੍ਰੈਸਿਵ or creative way to write. Underline the important points and sentences. ਜਿਹੜੇ important points ਹੈ ਤੁਹਾਨੂੰ ਲੱਗਦਾ ਕਿ ਇਹਦੇ ਤੇ ਕੁਐਸਚਨ ਹੋ ਸਕਦਾ, ਉਹਨਾਂ ਨੂੰ ਅੰਡਰਲਾਈਨ ਕਰ ਲਓ। Keep all the given actual facts in your mind. ਤੇ ਜਿਹੜੇ ਵੀ ਤੱਥ ਉਹ 'ਚ ਸੱਚੇ ਦਿੱਤੇ ਗਏ ਉਹਨਾਂ ਨੂੰ ਆਪਣੇ ਦਿਮਾਗ ਵਿੱਚ ਰੱਖ ਲਓ। ਇਹ ਨਹੀਂ ਕਿ ਉਹਦੇ 'ਚ ਕੁਝ ਹੋਰ ਦਿੱਤਾ ਤੁਸੀਂ ਆਪਣੀ ਹੀ ਸੋਚ ਮੁਤਾਬਕ ਨਹੀਂ ਇੱਥੇ ਤਾਂ ਇਹ ਹੋਣਾ ਚਾਹੀਦਾ ਸੀ, ਉਹ ਦਿਮਾਗ 'ਚ ਰੱਖਣਾ। ਨੋ, what is given in the passage you should keep that in your mind, right? So this is the way you would do reading comprehension. Now let us do practice. Read the passage carefully and answer the following questions. ਇਸ passage ਨੂੰ ਪੜ੍ਹੋ ਤੇ ਇਸ ਤੋਂ ਬਾਅਦ ਜਿਹੜੇ ਕੁਐਸਚਨਸ ਪੁੱਛੇ ਉਹਨਾਂ ਦੇ ਆਨਸਰ ਦਿਓ। One thing, ਮੈਂ ਇਹ ਤੁਹਾਨੂੰ ਪੰਜਾਬੀ ਵਿੱਚ ਨਹੀਂ ਸਮਝਾਵਾਂਗੀ, right? We will not do it bilingual because you have to grab the meaning from your own. ਤੁਸੀਂ ਖੁਦ ਸਮਝਣਾ ਹੈ ਇਹਨੂੰ। In one of the summer breaks, we started pitching tents in the highest camp. Everything took 5 times as long as it would have taken in a place where there was enough air to breathe. But at last, we got the tent up, and when we crawled in, it was not too bad. There was only a light wind, and inside it was too cold for us to take off our gloves. At night, most of the climbers took off their boots, but I preferred to keep them on. Hilary, on the other hand, took his boots off and laid them next to his sleeping bag. So, पढ़ के तो इन्ना तो आइडिया हो गया होएगा कि ये किस बारे है, राइट? कुछ वर्ड्स तो समझ लग गए होने, क्लाइमर्स, राइट, लाइट विंड, क्रॉल्ड, एयर टू ब्रीथ, इन्ना तो आइडिया हो गया होएगा। नाउ रीड इट अगेन। लेट मी हेल्प यू। क्लोज योर आईज एवरीबडी and hear me. Listen to me. Close your eyes. Listen to me and try to understand the passage. Just close your eyes, everybody. So, in one of the summer breaks, we started pitching tents in the highest camp. Everything took 5 times as long as it would have taken in a place where there was enough air to breathe. But at last, we got the tent up, and when we crawled in, it was not too bad. There was only a light wind, and inside, it was too cold for us to take off our gloves. At night, most of the climbers took off their boots, but I preferred to keep them on. Hilary, on the other hand, took his boots off and laid them next to his sleeping bag.
So, have you understand it? Very good. Now open your eyes and answer the questions. First, the narrator of the story is dash. Narrator, बोलन वाला, कहानी दसन वाला कौन है? A pilot, a mountaineer, a traveler, a tourist. इन्हां चारों विचों कौन है? Tell me, come on. I'm going to help you. मैं तुहानू कहा सी ना कि जदों असी पैसेज पढ़ना तो उस पोर्शन नू पढ़ना दोबारा जिहदे तो सानू आइडिया हो जाए कि इहदा आंसर यह है. So, enough air to breathe. Most of the climbers. Climbers word तो तुहानू आइडिया हो जाएगा. Tell me. Very good. It is a mountaineer. पहाड़ चढ़ रहे आ जेड़े. Right? Next question. Which season of the year has been mentioned in the passage? केड़े सीजन दी गल होई है पैसेज विच? Hot, rainy, cold, none of these. केड़े मौसम दी गल होई है? Come on. See, I have colored that portion different. In one of the summer breaks, we started pitching tents in the highest camp. केड़े सीजन दी है? Summer breaks. Very good. It is hot season. Very good. You have understand it. They took a long time to finish the work because dash. उन्हां नू ज़्यादा समा क्यों लगा काम खत्म करन विच? क्योंकि they were very tired. वो बहुत थक गए सी. It was very cold. बहुत ठंड सी. There was not enough air to breathe. साह लैन लई प्रॉपर हवा नहीं सी. It was very dark. बहुत हनेरा सी. Now, tell me. For help, I have colored that portion. Everything took 5 times as long as it would have taken in a place where there was enough air to breathe. Very good. There was not enough air to breathe. हुण इस लाइन च लिखिया वा कि जे हवा हुंदी प्रॉपर उत्थे साह लैन लई तां यह काम जल्दी हो जाना सी, पर 5 गुना ज़्यादा टाइम लगा क्योंकि उत्थे हवा नहीं सी प्रॉपर. वेरी गुड. नेक्स्ट, हाउ मेनी पर्सनस एंटर्ड द टेंट? टेंट विच किन्ने जाने गए? कम ऑन, तुहानू पैसेज पढ़ के आइडिया होएगा किन्ने जाने सी. कौन कौन सी? वेरी गुड. ऑथर, यस, एंड हिलरी. 2. There were 2 persons. And the last question, which of the following statement is true? केड़ी इचो स्टेटमेंट सही है? Hillary took off his gloves. Hillary ने अपने ग्लव्स उतार दिते. Hillary took off his boots. Hillary ने अपने बूट्स उतार दिते. The author took off his gloves. स्टोरी लिखन वाले ने अपने ग्लव्स उतार दिते. Both took off their boots. दोनों ने अपने बूट्स उतार दिते. Now, read this line. Hillary, on the other hand, took his boots off and laid them next to his sleeping bag. So, what's the answer? Yes, Hillary took off his boots. Very good. You have done this. Now, this is the second passage. This is in your book. So, you go through your book, read this passage and answer the questions given after it. Here I have written it. Dengue is a viral disease. It spreads through the bite of an Aedes mosquito. The mosquito breeds in stagnant water kept in buckets, coolers, pots, etc. Therefore, we must empty all the buckets, coolers, pots so that the larvae of the Aedes mosquito is not able to breed around us. Also, when the mosquito bites a person suffering from dengue, the dengue virus enters the blood of that mosquito. After about 1 week, when this mosquito bites a healthy person, the dengue virus enters the blood of that person and infects him. The platelet count of that goes very low. Other symptoms of dengue usually begin to show 4 to 6 days after infection. The symptoms last for up to 10 days. The symptoms are sudden high fever, severe headache,
pain behind the eyes, severe joint and muscle pain, fatigue, nausea, vomiting, skin rash which appears 2 to 5 days after the onset of fever, mild bleeding such as nose bleeding, bleeding gums or easy bruising. You should therefore rest, drink plenty of fluids and see your doctor regularly. The doctor can diagnose dengue infection with a blood test. The best way to prevent mosquito bites by wearing long sleeves clothes so that the infected mosquito is unable to bite. So, this is your passage. It's in your book. These are the questions. How does dengue spread? How can you prevent dengue? फर्स्ट क्वेश्चन सी कि डेंगी किद्दां फैलदा है, दूसरा कि डेंगी तो बचा किद्दां कीता जा सकदा है। थर्ड, व्हाट आर द सिम्पटम्स ऑफ डेंगी, डेंगी दे सिम्पटम्स की हन। नाउ चूज द करेक्ट ऑप्शन। MCQs है, the symptoms of dengue last up to dash days, 2 to 5, 10, 8, 4 to 6। symptoms किन्नी देर तक रहंदे हन। The symptoms of dengue are, symptoms केड़े हन dengue दे? High fever, severe headache, fatigue, all of these. So these are your questions. Do it in your copies and get it checked from your teachers. So this was for today. We'll meet in the next class. Till then, take care. Goodbye. Thank you.